ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਏਜੀ ਪੰਜਾਬੀ ਸਟੋਰੀਜ਼ ਦੇ ਵਿੱਚ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ। ਉਸ ਕਮਰੇ ਵਿੱਚ ਕੋਈ ਵੀ ਸਟੂਡੈਂਟ ਨਹੀਂ ਸੀ ਰਹਿ ਰਿਹਾ। ਮੈਂ ਕੀ ਕਰਦਾ? ਹੋਸਟਲ ਦੇ ਸਾਰੇ ਕਮਰੇ ਬੁੱਕ ਸਨ ਤੇ ਮੈਨੂੰ ਉਹੀ ਕਮਰਾ ਜਿਸ ਦਾ ਨੰਬਰ 6 ਸੀ ਲੈਣਾ ਪਿਆ। 61 ਨੰਬਰ ਰੂਮ ਬਾਰੇ ਕਈ ਅਫਵਾਹਾਂ ਸਨ ਕਿ ਉਸ ਕਮਰੇ ਵਿੱਚ ਦਬਾਅ ਪੈਂਦਾ ਹੈ, ਡਰ ਲੱਗਦਾ ਹੈ, ਉਹ ਕਮਰਾ ਭੂਤੀਆ ਹੈ। क्योंकि ਅੱਜ ਤੋਂ ਕਰੀਬਨ 3 ਸਾਲ ਪਹਿਲਾਂ ਉਸ ਕਮਰੇ ਵਿੱਚ ਲੱਗੇ ਹੋਏ ਪੰਖੇ ਨਾਲ ਲਟਕ ਕੇ ਇੱਕ ਕੁੜੀ ਨੇ ਆਤਮ ਹੱਤਿਆ ਕਰ ਲਈ ਸੀ ਅਤੇ ਉਸ ਦੀ ਆਤਮਾ ਅੱਜ ਵੀ ਉਸ ਕਮਰੇ ਵਿੱਚ ਘੁੰਮ ਰਹੀ ਹੈ। ਡਰਦਾ ਕੋਈ ਵੀ ਉਸ ਕਮਰੇ ਵੱਲ ਮੂੰਹ ਨਾ ਕਰਦਾ, ਭਾਵੇਂ ਬਾਹਰ ਹੀ ਸੋਣਾ ਪੈ ਜੇ। ਚਲੋ ਖੈਰ, ਮੈਂ ਕੀ ਕਰਦਾ? ਸਮਾਨ ਵੀ ਮੇਰੇ ਕੋਲ ਕਾਫੀ ਸੀ ਤੇ ਠੰਡ ਤੇ ਦਿਨ ਹੋਣ ਕਾਰਨ ਮੈਨੂੰ ਕਮਰਾ ਨੰਬਰ 61 ਲੈਣਾ ਹੀ ਪਿਆ। ਤੀਸਰੀ ਮੰਜ਼ਿਲ ਤੇ ਸਿਰਫ ਇੱਕ ਹੀ ਕਮਰਾ ਸੀ, ਬਾਕੀ ਦੀਆਂ ਕਮਰਿਆਂ ਦੇ ਸਿਰਫ ਕੋਲੇ ਹੀ ਖੜੇ ਕੀਤੇ ਹੋਏ ਸਨ। ਪੌੜੀਆਂ ਵਿੱਚ ਬਲਬ ਸੀ, ਪਰ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਆਪਣੇ ਆਪ ਜਗਦਾ ਬੁਝਦਾ ਰਹਿੰਦਾ ਸੀ। ਮੈਂ 4 ਵਜੇ ਕਾਲਜ ਪਹੁੰਚਿਆ ਅਤੇ ਉਸ ਕਮਰੇ ਵਿੱਚ ਸਮਾਨ ਸ਼ਿਫਟ ਕਰਨ ਲੱਗ ਪਿਆ। ਕਮਰਾ ਕਾਹਦਾ ਸੀ? ਸਿਰਫ ਇੱਕ ਮੰਜਾ, ਇੱਕ ਬਲਬ, ਇੱਕ ਕੁਰਸੀ, ਇੱਕ ਮੇਜ਼ ਅਤੇ ਇੱਕ ਛੱਤ ਵਾਲਾ ਪੱਖਾ ਜਿਸ ਦੇ ਪਰ ਹੇਠਾਂ ਵੱਲ ਮੁੜੇ ਹੋਏ ਸਨ। ਕਮਰੇ ਦੀਆਂ ਨੁੱਕਰਾਂ ਵਿੱਚ ਲੱਗੇ ਹੋਏ ਮੱਕੜੀ ਦੀਆਂ ਜਾਲੀਆਂ ਵਿੱਚ ਕੀਟ ਪਤੰਗੇ ਫਸ ਕੇ ਮਰੇ ਹੋਏ ਸਨ। ਖੱਬੇ ਪਾਸੇ ਵਾਲੀ ਕੰਧ ਉੱਪਰ ਲੱਗਾ ਹੋਇਆ ਤਾਜ ਮਹਿਲ ਦਾ ਪੋਸਟਰ ਇੱਕ ਪਾਸਿਓਂ ਫਟ ਕੇ ਹੇਠਾਂ ਝੂਲ ਰਿਹਾ ਸੀ। ਉਸ ਕਮਰੇ ਦੀ ਸਾਫ਼ ਸਫਾਈ ਕਰਦਿਆਂ ਮੈਂ ਫੋਨ ਵਿੱਚ ਚੌਪਾਈ ਸਾਹਿਬ ਦਾ ਪਾਠ ਲਗਾ ਲਿਆ। ਭਾਵੇਂ ਮੈਂ ਬਹੁਤਾ ਡਰਿਆ ਨਹੀਂ, ਪਰ ਬਾਕੀ ਵਿਦਿਆਰਥੀਆਂ ਦੀਆਂ ਗੱਲਾਂ ਦਿਮਾਗ ਵਿੱਚ ਲਗਾਤਾਰ ਘੁੰਮ ਰਹੀਆਂ ਸਨ। ਸਾਫ਼ ਸਫਾਈ ਕਰਦੇ ਨੂੰ 8 ਵੱਜ ਗਏ ਤੇ ਹੇਠਾਂ ਜਾਣ ਤੇ ਪਤਾ ਲੱਗਾ ਕਿ ਕੰਟੀਨ ਬੰਦ ਹੋ ਚੁੱਕੀ ਸੀ। ਫਿਰ ਯਾਦ ਆਇਆ ਕਿ ਮਾਂ ਨੇ ਖਿਚੜੀ ਭੇਜੀ ਸੀ, ਉਹ ਖਾ ਲਵਾਂ। ਪਰ ਆ ਕੀ? ਖਿਚੜੀ ਵਾਲਾ ਡੋਲੂ ਬੈਗ ਵਿੱਚ ਖੁੱਲ ਗਿਆ ਸੀ ਤੇ ਸਾਰੀ ਖਿਚੜੀ ਨਾਲੇ ਕੱਪੜੇ ਖਰਾਬ ਹੋ ਗਏ ਸਨ। ਓਹੋ, ਹੁਣ ਕੀ ਖਾਵਾਂ? ਲੱਗਦਾ ਹੈ ਅੱਜ ਭੁੱਖਾ ਹੀ ਸੌਣਾ ਪਊ। ਮਨ ਹੀ ਮਨ ਨਿਰਾਸ਼ਾ ਨੇ ਘਰ ਕਰ ਲਿਆ। ਬਾਕੀ ਦੇ ਸਾਰੇ ਕਮਰੇ ਹੇਠਾਂ ਹੋਣ ਕਾਰਨ ਮੇਰਾ ਜੀ ਨਹੀਂ ਕੀਤਾ ਕਿ ਕਿਸੇ ਕੋਲ ਕੁਝ ਖਾਣ ਲਈ ਲੈ ਆਵਾਂ, ਕਿਉਂਕਿ ਸਭ ਕਮਰਿਆਂ ਦੇ ਦਰਵਾਜ਼ੇ ਠੰਡ ਕਾਰਨ ਬੰਦ ਕੀਤੇ ਜਾ ਚੁੱਕੇ ਸਨ ਅਤੇ ਦੂਜਾ ਮੈਂ ਇੱਥੇ ਕਿਸੇ ਦਾ ਜਾਨਗੀਰ ਵੀ ਨਹੀਂ ਸੀ। ਪਾਣੀ ਦਾ ਘੁੱਟ ਪੀ ਕੇ ਮੰਜੇ ਉੱਪਰ ਲੇਟ ਗਿਆ ਤੇ ਨੀਂਦ ਕਦੋਂ ਆਈ ਪਤਾ ਹੀ ਨਹੀਂ ਚੱਲਿਆ। ਪਰ ਅੱਧੀ ਕੁ ਰਾਤ ਨੂੰ ਅਚਾਨਕ ਦਰਵਾਜ਼ਾ ਖੜਕਿਆ ਤੇ ਮੇਰੀ ਨੀਂਦ ਖੁੱਲ ਗਈ। 11 ਵੱਜ ਚੁੱਕੇ ਸਨ ਤੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਕੁੜੀ ਦੀ ਝਲਕ ਪਈ, ਪਰ ਬਾਹਰ ਰੋਸ਼ਨੀ ਨਾ ਹੋਣ ਕਾਰਨ ਚਿਹਰਾ ਸਾਫ਼ ਨਜ਼ਰ ਨਹੀਂ ਸੀ ਆ ਰਿਹਾ। ਹੈਲੋ ਮਿਸਟਰ, ਉਸ ਕੁੜੀ ਨੇ ਹੌਲੀ ਜਿਹੇ ਆਖਿਆ। ਮੈਂ ਵੀ ਜਵਾਬ ਦਿੱਤਾ ਕਿ ਹਾਂਜੀ ਦੱਸੋ। ਤੁਸੀਂ ਨਵੇਂ ਆਏ ਹੋ? ਤੁਹਾਨੂੰ ਪਤਾ ਨਹੀਂ ਕਿ ਕੰਟੀਨ 7:30 ਤੱਕ ਬੰਦ ਹੋ ਜਾਂਦੀ ਹੈ। ਮੈਂ ਤੁਹਾਨੂੰ ਹੇਠਾਂ ਦੇਖਿਆ ਕਿ ਤੁਸੀਂ ਕੰਟੀਨ ਤੋਂ ਬਿਨਾਂ ਕੁਝ ਖਾਧੇ ਮੁੜ ਆਏ, ਕਿਉਂਕਿ ਕੰਟੀਨ ਬੰਦ ਸੀ। ਆ ਲਓ, ਮੈਂ ਤੁਹਾਡੇ ਲਈ ਕੁਝ ਲੈ ਕੇ ਆਈ ਹਾਂ। ਉਸਨੇ ਇੱਕ ਲਿਫਾਫਾ ਮੇਰੇ ਵੱਲ ਵਧਾ ਦਿੱਤਾ। ਕਾਗਜ਼ ਦਾ ਲਿਫਾਫਾ ਸੀ ਤੇ ਵਿੱਚ ਕੁਝ ਮਟਰੀ ਅਤੇ 2 ਸਮੋਸੇ ਸਨ। ਮੈਂ ਉਸ ਕੁੜੀ ਨੂੰ ਅੰਦਰ ਆਉਣ ਲਈ ਕਿਹਾ ਤੇ ਉਹ ਅੰਦਰ ਆ ਗਈ। ਜਗਦੇ ਹੋਏ ਬਲਬ ਦੀ ਰੋਸ਼ਨੀ 'ਚ ਕੁੜੀ ਦੇ ਚਿਹਰੇ ਵੱਲ ਜਦ ਨਜ਼ਰ ਗਈ ਤਾਂ ਇੱਕ ਕੋਮਲ ਜਿਹੀ ਕਲੀ ਵਰਗਾ ਅਣਪੋਲ ਚਿਹਰਾ ਨਜ਼ਰੀ ਪਿਆ। ਗੋਲ ਮਟੋਲ ਅੱਖਾਂ, ਕਾਲੇ ਸ਼ਾਹ ਪਰ ਵੱਟੇ ਤਿੱਖਾ ਨੱਕ ਅਤੇ ਚਿਹਰੇ ਤੇ ਖੂਬ ਨੂਰ। ਬੱਚਿਆਂ ਵਰਗਾ ਭੋਲਾ ਚਿਹਰਾ, ਕੱਦ ਹੋਵੇਗਾ ਕੋਈ 5 ਫੁੱਟ 4 ਕੁ ਇੰਚ, ਗਹਿਰਾ ਸਰੀਰ ਅਤੇ ਦੁੱਧ ਚਿੱਟਾ ਰੰਗ ਜੋ ਚਿੱਟੇ ਬਲਬ ਦੀ ਲੋ ਵਿੱਚ ਹੋਰ ਵੀ ਚਮਕਾ ਮਾਰ ਰਿਹਾ ਸੀ। ਉੱਪਰੋਂ ਚਿੱਟਾ ਸੂਟ ਅਤੇ ਸਿਰ ਦੁਆਲੇ ਲਪੇਟਿਆ ਸਫੇਦ ਦੁਪੱਟਾ ਉਸਦੇ ਰੂਪ ਨੂੰ 4 ਚੰਨ ਲਗਾ ਰਿਹਾ ਸੀ। ਬੈਠੋ ਬੀਬਾ ਜੀ, ਮੈਂ ਕੁਰਸੀ ਤੇ ਕੱਪੜਾ ਫੇਰਦਿਆਂ ਆਖਿਆ। ਹਾਂਜੀ ਹਾਂਜੀ ਜ਼ਰੂਰ। ਇੰਨਾ ਕਹਿ ਕੇ ਉਹ ਕੁਰਸੀ ਉੱਪਰ ਬੈਠ ਗਈ ਅਤੇ ਅਚਾਨਕ ਉਸਦੀ ਨਜ਼ਰ ਲਟਕ ਰਹੇ ਮੁੜੇ ਹੋਏ ਪਰਾਂ ਵਾਲੇ ਪੱਖੇ ਵੱਲ ਗਈ ਤਾਂ ਉਸਦੇ ਚਿਹਰੇ ਦੇ ਹਾਵ ਭਾਵ ਬਦਲ ਗਏ। ਉਹ ਟਿਕਟਕੀ ਲਗਾ ਕੇ ਪੱਖੇ ਨੂੰ ਨਿਹਾਰ ਰਹੀ ਸੀ। ਕੀ ਦੇਖ ਰਹੇ ਹੋ? ਮੈਂ ਹੈਰਾਨੀ ਨਾਲ ਉਸ ਅਜਨਬੀ ਮੁਟਿਆਰ ਨੂੰ ਪੁੱਛਿਆ। ਉਹ ਕੁਝ ਨਹੀਂ ਬੋਲੀ, ਬਸ ਪੱਖੇ ਨੂੰ ਨਿਹਾਰ ਰਹੀ ਸੀ। ਮੈਡਮ, ਹੈਲੋ,
मैं इस बार थोड़ा ਉੱਚੀ ਬੋਲਿਆ। ਹਾਂਜੀ ਹਾਂਜੀ, ਉਸਨੇ ਤਰਪ ਕੇ ਜਵਾਬ ਦਿੱਤਾ। ਮੈਂ ਬਸ ਕੁਛ ਨਹੀਂ, ਐਵੇਂ ਬਸ ਪੱਖੇ ਨੂੰ ਵੇਖ ਰਹੀ ਸੀ। ਇੱਕ ਗੱਲ ਦੱਸੋ, ਇਸ ਕਮਰੇ ਵੱਲ ਤਾਂ ਕੋਈ ਮੂੰਹ ਵੀ ਨਹੀਂ ਕਰਦਾ ਕਿ ਇੱਥੇ ਪ੍ਰੇਤ ਦਾ ਸਾਇਆ ਹੈ ਤੇ ਤੁਸੀਂ ਇੱਥੇ ਰਹਿਣ ਆ ਗਏ। ਕੀ ਕਰਾਂ ਮੈਡਮ, ਹੋਰ ਕੋਈ ਕਮਰਾ ਵਿਹਲਾ ਹੀ ਨਹੀਂ ਸੀ। ਦੂਜੀ ਗੱਲ, ਇਹ ਭੂਤ ਪ੍ਰੇਤ ਕੁਛ ਨਹੀਂ ਹੁੰਦੇ ਐ। ਆਤਮਾ ਜ਼ਰੂਰ ਹੁੰਦੀ ਹੈ ਜਿਸ ਨਾਲ ਸਾਡਾ ਸਰੀਰ ਜੁੜਿਆ ਹੋਇਆ ਹੁੰਦਾ ਹੈ। ਮੈਂ ਉਸਨੂੰ ਸਮਝਾਉਂਦਿਆਂ ਆਖਿਆ, ਹਾਂਜੀ ਇਹ ਤਾਂ ਹੈ, ਆਤਮਾ ਵੀ ਹੈ, ਪਰਮਾਤਮਾ ਵੀ ਹੈ, ਪਰ ਵੇਖਣ ਵਾਲੀ ਅੱਖ ਚਾਹੀਦੀ ਹੈ। ਫਿਰ ਉਹ ਕੁੜੀ ਮੈਨੂੰ ਆਪਣੇ ਬਾਰੇ ਦੱਸਣ ਲੱਗ ਗਈ ਕਿ ਮੇਰਾ ਹੁਣ ਆਖਰੀ ਮਹੀਨਾ ਰਹਿ ਗਿਆ ਹੈ ਇਸ ਕਾਲਜ ਵਿੱਚ। ਮੈਂ ਹੁਣ ਆਪਣੇ ਬਾਪ ਦਾ ਸੁਪਨਾ ਪੂਰਾ ਕਰ ਦੇਣਾ ਹੈ ਬੀਐਡ ਕਰਕੇ। ਉਹਨਾਂ ਨੂੰ ਮਾਣ ਹੋਵੇਗਾ ਮੇਰੇ ਤੇ। ਤੁਸੀਂ ਵੀ ਆਪਣੇ ਮਾਪਿਆਂ ਦਾ ਖਿਆਲ ਰੱਖਿਆ ਕਰੋ, ਮਨ ਲਾ ਕੇ ਪੜ੍ਹਾਈ ਕਰਿਓ ਤੇ ਆਸ਼ਕੀ ਵਾਲੇ ਚੱਕਰ ਤੋਂ ਕੋਹਾ ਦੂਰ ਰਹੋ। ਮੁੰਡੇ ਕੁੜੀਆਂ ਦਾ ਕੋਈ ਭਰੋਸਾ ਨਹੀਂ, ਸਭ ਸੂਰਤਾਂ ਨੂੰ ਜਾਂ ਪੈਸੇ ਨੂੰ ਹੀ ਪਿਆਰ ਕਰਦੇ ਨੇ, ਸੀਰਤਾਂ ਨੂੰ ਕੋਈ ਨਹੀਂ ਪੁੱਛਦਾ। ਮੈਂ ਉਹ ਕਾਗਜ਼ ਵਾਲਾ ਲਿਫਾਫਾ ਹੱਥ 'ਚ ਫੜੀ ਉਹਦੇ ਮੂੰਹ ਵੱਲ ਦੇਖੀ ਜਾ ਰਿਹਾ ਸੀ ਕਿ ਕਿੰਨੀ ਮਾਸੂਮ ਕੁੜੀ ਹੈ ਅਤੇ ਕਿੰਨੀਆਂ ਸਿਆਣੀਆਂ ਗੱਲਾਂ ਉਹ ਲਗਾਤਾਰ ਬੋਲੀ ਜਾ ਰਹੀ ਸੀ ਕਿ ਇਸ ਕਮਰੇ ਵਿੱਚ ਇੱਕ ਕੁੜੀ ਨੇ ਪਿਆਰ ਵਿੱਚ ਮਿਲੇ ਧੋਖੇ ਕਾਰਨ ਹੀ ਜਾਨ ਦਿੱਤੀ ਸੀ। ਇਹ ਸੁਣ ਕੇ ਮੈਨੂੰ ਇੱਕ ਵਾਰ ਤਾਂ ਕੰਬਣੀ ਛਿੜ ਗਈ। ਉਹ ਬੋਲੀ, ਤੁਹਾਨੂੰ ਡਰ ਨਹੀਂ ਲੱਗਦਾ? ਮੈਂ ਕਿਹਾ, ਨਹੀਂ, ਮੈਂ ਸਵੇਰੇ ਸ਼ਾਮ ਪਾਠ ਕਰਿਆ ਕਰਦਾ ਹਾਂ ਤੇ ਡਰ ਆਪੇ ਭੱਜ ਜਾਂਦਾ ਹੈ। ਫਿਰ ਉਹ ਅੱਗੇ ਬੋਲੀ ਕਿ ਮਰਨ ਵਾਲੀ ਕੁੜੀ ਨਾਲ ਮੁੰਡੇ ਨੇ ਵਿਆਹ ਦਾ ਲਾਰਾ ਲਾਇਆ ਸੀ, ਪਰ ਇੱਕ ਹੋਰ ਕੁੜੀ ਕਾਰਨ ਜੋ ਇਸ ਤੋਂ ਜ਼ਿਆਦਾ ਅਮੀਰ ਸੀ ਤੇ ਪੈਸਿਆਂ ਦੇ ਲਾਲਚ ਕਾਰਨ ਅਤੇ ਤਕੜੇ ਘਰ-ਬਾਰ ਕਾਰਨ ਇਸ ਨੂੰ ਛੱਡ ਦਿੱਤਾ ਸੀ। ਕੁੜੀ ਨੇ ਬਹੁਤ ਤਰਲੇ ਪਾਏ ਕਿ ਅਜਿਹਾ ਨਾ ਕਰ। ਮੇਰਾ ਬਾਪ ਅਧਰੰਗ ਦਾ ਮਰੀਜ਼ ਹੈ ਤੇ ਇੱਕ ਵੀਰ ਜੋ ਦੁਬਈ ਵਿੱਚ ਹੈ, ਉਸਦੇ ਪੈਸੇ ਨਾਲ ਹੀ ਬਾਪੂ ਦਾ ਇਲਾਜ ਚੱਲਦਾ ਹੈ ਤੇ ਮੇਰੀ ਪੜ੍ਹਾਈ ਵੀ। ਕੇਰਾ ਮੈਨੂੰ ਪੜ੍ਹ ਕੇ ਨੌਕਰੀ ਲੱਗ ਲੈਣ ਦੇ, ਫਿਰ ਆਪੇ ਸਭ ਕੁਝ ਠੀਕ ਹੋ ਜਾਵੇਗਾ। ਪਰ ਮੁੰਡੇ ਨੇ ਇੱਕ ਨਾ ਸੁਣੀ, ਸਗੋਂ ਉਸਨੂੰ ਛੱਡ ਕੇ ਅਮੀਰ ਕੁੜੀ ਦੇ ਪਿੱਛੇ ਲੱਗ ਗਿਆ ਅਤੇ ਇੱਧਰ ਇਸ ਕੁੜੀ ਨੇ ਆਪਣੀ ਜਾਨ ਦੇ ਦਿੱਤੀ। ਮੈਂ ਉਸ ਕੁੜੀ ਨੂੰ ਪੁੱਛਿਆ ਕਿ ਕੁੜੀ ਦਾ ਨਾਮ ਕੀ ਸੀ। ਉਸਨੇ ਕਿਹਾ, ਹਰਪ੍ਰੀਤ ਕੌਰ ਨਿੱਜਰ। ਪਿਆਰ ਨਾਲ ਸਾਰੇ ਉਸਨੂੰ ਹੈਪੀ ਹੀ ਕਹਿੰਦੇ ਸਨ। ਮੇਰੇ ਮੂੰਹ 'ਚ ਅਣਚੇਤ ਹੀ ਨਿਕਲਿਆ ਕਿ ਉਹ ਮੁੰਡਾ ਸਾਲਾ ਗਲਤ ਸੀ, ਪੈਸੇ ਦਾ ਭੁੱਖਾ ਸੀ, ਪਿਆਰ ਦਾ ਨਹੀਂ। ਕੁੜੀ ਬੋਲੀ, ਹਾਂ ਬਿਲਕੁਲ, ਪਰ ਹਰਪ੍ਰੀਤ ਬਹੁਤ ਭੋਲੀ ਸੀ, ਇਸ ਕਰਕੇ ਉਹ ਜਾਲ ਵਿੱਚ ਫਸ ਗਈ ਤੇ ਆਪਣੀ ਜਾਨ ਦੇ ਬੈਠੀ। ਉਹ ਤਾਂ ਬਾਅਦ ਵਿੱਚ ਪਤਾ ਚੱਲਿਆ ਕਿ ਉਸ ਮੁੰਡੇ ਨੇ ਫਿਰ ਹਰਪ੍ਰੀਤ ਤੋਂ ਬਾਅਦ ਵਾਲੀ ਕੁੜੀ ਨੂੰ ਵੀ ਠੋਕਰ ਮਾਰ ਦਿੱਤੀ ਸੀ ਤੇ ਇੱਕ ਅਫਸਰ ਦੀ ਕੁੜੀ ਨੂੰ ਜਾਲ 'ਚ ਫਸਾ ਲਿਆ ਸੀ। ਪਰ ਇੱਧਰ ਸੱਚੇ ਪਿਆਰ ਦੀ ਇੱਕ ਪਾਸੜ ਪੀਂਘ ਜਦੋਂ ਉੱਚੀ ਉੱਠੀ ਤਾਂ ਧੋਖੇ ਕਾਰਨ ਅਚਾਨਕ ਰੱਸੀ ਟੁੱਟ ਜਾਣ ਤੇ ਹਰਪ੍ਰੀਤ ਆਪਣੇ ਆਪ ਨੂੰ ਸੰਭਾਲ ਨਾ ਸਕੀ ਅਤੇ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇੰਨਾ ਕਹਿੰਦਿਆਂ ਸਾਰ ਉਸਦੇ ਅੱਖਾਂ ਵਿੱਚ ਅੱਥਰੂ ਆ ਗਏ ਤੇ ਉਹ ਰੋਂਦੀ ਰੋਂਦੀ ਬਾਹਰ ਨੂੰ ਭੱਜ ਗਈ। ਮੈਂ ਉਸਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਰੁਕੀ ਨਾ ਤੇ ਪੌੜੀਆਂ ਉਤਰ ਕੇ ਕਿੱਧਰ ਚਲੀ ਗਈ ਤੇ ਕੁਝ ਪਤਾ ਹੀ ਨਾ ਚੱਲਿਆ। ਮੇਰੇ ਹੱਥ ਵਿੱਚ ਅਖਬਾਰ ਦਾ ਬਣਿਆ ਹੋਇਆ ਕਾਗਜ਼ੀ ਲਿਫਾਫਾ ਸੀ ਅਤੇ ਉਹਦੇ ਵਿੱਚ ਮੈਂ ਇੱਕ ਹੀ ਦਾਣਾ ਮਟਰੀ ਦਾ ਖਾਧਾ ਤੇ ਹਰਪ੍ਰੀਤ ਬਾਰੇ ਸੋਚੀ ਗਿਆ। ਦੂਜਾ ਉਸ ਕੁੜੀ ਬਾਰੇ ਵੀ ਸੋਚੀ ਗਿਆ ਜੋ ਮੈਨੂੰ ਖਾਣ ਲਈ ਸਮੋਸੇ ਅਤੇ ਮਟਰੀ ਦੇ ਕੇ ਗਈ ਸੀ, ਪਰ ਮੈਨੂੰ ਅਫਸੋਸ ਸੀ ਕਿ ਮੈਂ ਉਸਦਾ ਨਾਮ ਵੀ ਨਾ ਪੁੱਛ ਸਕਿਆ। ਉਦਾਸ ਚਿੱਤ ਨਾਲ ਲੇਟਿਆ 3 ਵਜੇ ਤੱਕ ਟਾਈਮ ਦੇਖੀ ਗਿਆ ਅਤੇ ਸ਼ਾਇਦ 4 ਵਜੇ ਗੂੜੀ ਨੀਂਦ ਆਈ ਹੋਵੇਗੀ। ਸਵੇਰੇ ਜਦੋਂ ਅੱਖਾਂ ਖੁੱਲੀਆਂ ਤਾਂ ਮੇਰੇ ਮੰਜੇ ਉਹੀ ਲਿਫਾਫਾ ਪਿਆ ਸੀ, ਅਖਬਾਰ ਦਾ ਬਣਿਆ ਹੋਇਆ ਕਾਗਜ਼ ਦਾ ਲਿਫਾਫਾ। ਦਿਨ ਦੀ ਲੋਏ ਜਦੋਂ ਮੈਂ ਉਸ ਲਿਫਾਫੇ ਦੀ ਅਖਬਾਰ ਵੱਲ ਧਿਆਨ ਮਾਰਿਆ ਤਾਂ ਇੱਕ ਖਬਰ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਬੰਤਾ ਸਿੰਘ ਕਾਲਜ ਦੀ ਹੋਣਹਾਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ। ਜਦੋਂ ਮੈਂ ਖਬਰ ਪੜ੍ਹਨ ਲਈ ਧਿਆਨ ਮਾਰਿਆ ਤਾਂ ਦੇਖਿਆ ਹਰਪ੍ਰੀਤ ਕੌਰ ਨਿੱਜਰ ਦੀ ਖੁਦਕੁਸ਼ੀ ਬਾਰੇ ਲਿਖਿਆ ਹੋਇਆ ਹੈ ਕਿ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਤੇ ਲਿਫਾਫੇ ਦੇ ਇੱਕ ਪਾਸੇ ਅੱਧੀ ਖਬਰ ਸੀ। ਜਦੋਂ ਪੂਰੀ ਖਬਰ ਪੜ੍ਹਨ ਲਈ ਮੈਂ ਲਿਫਾਫੇ ਦਾ ਦੂਜਾ ਪਾਸਾ ਕੀਤਾ ਤਾਂ ਮੈਂ ਕੰਬ ਗਿਆ, ਦਿਲ ਦਹਿਲ ਉੱਠਿਆ ਕਿਉਂਕਿ ਇਹ ਤਾਂ ਉਸੇ ਕੁੜੀ ਦੀ ਫੋਟੋ ਸੀ ਜੋ ਰਾਤ ਮੈਨੂੰ ਮਿਲ ਕੇ ਗਈ ਸੀ ਅਤੇ ਉਸ ਫੋਟੋ ਦੇ ਹੇਠਾਂ ਲਿਖਿਆ ਹੋਇਆ ਸੀ ਮ੍ਰਿਤਿਕਾ ਹਰਪ੍ਰੀਤ ਕੌਰ ਨਿੱਜਰ। ਪਰ ਇਹ ਤਾਂ ਉਹੀ ਕੁੜੀ ਸੀ ਜੋ ਰਾਤੀ ਮੈਨੂੰ ਇੱਕ ਲਿਫਾਫਾ ਦੇ ਕੇ ਗਈ। ਇੱਕ ਆਤਮਾ ਮੇਰੇ ਨਾਲ ਕਿਵੇਂ ਗੱਲਾਂ ਕਰ ਸਕਦੀ ਹੈ, ਇੱਕ ਦੋਸਤ ਦੀ ਤਰ੍ਹਾਂ ਕਿਵੇਂ ਸਮਝਾ ਸਕਦੀ ਹੈ। ਅਖਬਾਰ 3 ਸਾਲ ਪੁਰਾਣੀ, ਪਰ ਉਹ ਰਾਤੀ ਹੀ ਮੈਨੂੰ ਮਿਲ ਕੇ ਗਈ, ਗੱਲਾਂ ਕਰਕੇ ਗਈ ਸੀ, ਰੋ ਕੇ ਗਈ।
ਯਾਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਪਰ ਫਿਰ ਸਮਝ ਵਿੱਚ ਆਇਆ ਕਿ ਉਹ ਕੁੜੀ ਦੀ ਆਤਮਾ ਹੀ ਹੈ ਜੋ ਆਪਣੇ ਦਿਲ ਦੇ ਜਜ਼ਬਾਤ ਮੇਰੇ ਨਾਲ ਸਾਂਝੇ ਕਰਕੇ ਗਈ, ਆਪਣੀ ਹੱਡਬੀਤੀ ਸੁਣਾ ਕੇ ਗਈ, ਕਿਉਂਕਿ ਇਹ ਰਾਜ਼ ਸਿਰਫ ਰਾਜ ਹੀ ਸੀ ਕਿ ਉਸਨੇ ਕਿਉਂ ਖੁਦਕੁਸ਼ੀ ਕੀਤੀ। ਪਰ ਮੈਨੂੰ ਉਸ ਰਾਜ਼ ਦਾ ਸੱਚ ਪਤਾ ਚੱਲ ਚੁੱਕਿਆ ਸੀ। ਉਹ ਸੀ ਪਿਆਰ 'ਚ ਮਿਲਿਆ ਧੋਖਾ। ਸਾਰਾ ਦਿਨ ਮੈਂ ਜ਼ਾਰੋ-ਜ਼ਾਰ ਰੋਂਦਾ ਰਿਹਾ ਤੇ ਕਲਾਸ ਵਿੱਚ ਵੀ ਨਾ ਗਿਆ, ਕਿਉਂਕਿ ਜਿਸ ਨੇ ਪਿਆਰ ਰੂਹ ਤੋਂ ਕੀਤਾ ਹੋਵੇ ਅਤੇ ਜੋ ਉਸਨੂੰ ਪਿਆਰ ਵਿੱਚ ਧੋਖਾ ਮਿਲ ਜਾਵੇ ਤਾਂ ਦਿਲ ਦੇ ਨਾਲ-ਨਾਲ ਉਸਦੀ ਰੂਹ ਵੀ ਤਾਰੋ-ਤਾਰ ਹੋ ਜਾਂਦੀ ਹੈ। ਸੋ ਇਸ ਕਰਕੇ ਦੋਸਤੋ, ਕਦੇ ਵੀ ਕਿਸੇ ਦੀ ਜ਼ਿੰਦਗੀ ਨਾ ਤਬਾਹ ਕਰੋ ਜਾਂ ਪਿਆਰ ਕਰੋ ਹੀ ਨਾ, ਤੇ ਜੇ ਕਰਨਾ ਹੈ ਤਾਂ ਦਿਲੋਂ ਕਰੋ ਤੇ ਹਮੇਸ਼ਾ ਉਸ ਦਾ ਸਾਥ ਦਿਓ ਅਤੇ ਸੱਚੇ ਦਿਲੋਂ ਉਸ ਦਾ ਸਾਥ ਨਿਭਾਓ। ਧੰਨਵਾਦ ਜੀ।